Hello students, I am Shrestha Gupta from Dr. Hari Singh Sevak Senior Secondary School Kotkapura। ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਪੜਾਂਗੇ ਚੈਪਟਰ ਨੰਬਰ 10 ਗਦਰੀ ਬਾਬਾਜ਼ ਇਨ ਕਾਲਾ ਪਾਣੀ ਜੇਲ ਰਿਟਨ ਬਾਏ ਹਰੀਸ਼ ਕੇ ਪੁਰੀ। ਹਰੀਸ਼ ਕੇ ਪੁਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਰਹੇ ਨੇ ਤੇ ਉਹਨਾਂ ਨੇ ਬਹੁਤ ਸਾਰੇ ਰਾਜਨੀਤਿਕ ਅੰਦੋਲਨਾਂ ਬਾਰੇ ਤੇ ਧਰਮਾਂ ਦੇ ਵੇਰਵਿਆਂ ਬਾਰੇ ਕਾਫੀ ਕਿਤਾਬਾਂ ਲਿਖੀਆਂ ਤੇ ਇਸ ਚੈਪਟਰ ਦੇ ਵਿੱਚ ਵੀ ਉਹਨਾਂ ਨੇ ਸੈਲੂਲਰ ਜੇਲ ਦਾ ਬਹੁਤ ਹੀ ਦੁਖਾਂਤ ਵਰਣਨ ਕੀਤਾ ਹੈ ਜੋ ਕਿ ਸਾਡੇ ਦਿਲ ਨੂੰ ਦਹਿਲਾ ਦਿੰਦਾ ਹੈ। This cellular jail was set up by the Britishers in Andaman to isolate, punish and torture the freedom fighters of India। ਇਸ ਸੈਲੂਲਰ ਜੇਲ ਨੂੰ ਅੰਗਰੇਜ਼ਾਂ ਨੇ ਅੰਡੇਮਾਨ ਵਿੱਚ ਬਣਾਇਆ ਸੀ ਤੇ ਉਹ ਇਸ ਲਈ ਬਣਾਇਆ ਸੀ ਤਾਂ ਕਿ ਉਹ ਇੰਡੀਆ ਦੇ ਜਿਹੜੇ ਫਰੀडम ਫਾਈਟਰ ਸੀ ਉਹਨਾਂ ਨੂੰ ਇਕਾਂਤ ਵਿੱਚ ਰੱਖ ਸਕਣ ਤੇ ਉਹਨਾਂ ਨੂੰ ਤਸੀਹੇ ਦੇ ਸਕਣ। Ghadar party was organized by Indian immigrants and revolutionary exiles like Lala Hardayal in USA and Canada in 1913 with a view to launch an armed struggle for the freedom of India by overthrowing the British rule। USA ਤੇ ਕੈਨੇਡਾ ਦੇ ਵਿੱਚ ਪ੍ਰਵਾਸੀ ਭਾਰਤੀਆਂ ਦੁਆਰਾ ਤੇ ਰੈਵੋਲੂਸ਼ਨਰੀਜ਼ ਜਿਨ੍ਹਾਂ ਨੂੰ ਕਿ ਦੇਸ਼ ਨਿਕਾਲਾ ਮਿਲਿਆ ਸੀਗਾ ਜਿਵੇਂ ਕਿ ਉਹਨਾਂ ਵਿੱਚ ਸੀਗੇ ਲਾਲਾ ਹਰਦਿਆਲ, ਉਹਨਾਂ ਨੇ ਇੰਡੀਆ ਨੂੰ ਬ੍ਰਿਟਿਸ਼ ਰੂਲ ਤੋਂ ਮੁਕਤ ਕਰਵਾਉਣ ਦੇ ਲਈ ਗਦਰ ਪਾਰਟੀ ਦੀ ਸਥਾਪਨਾ 1913 ਦੇ ਵਿੱਚ ਕੀਤੀ। ਬਾਬਾ ਨਿਧਾਨ ਸਿੰਘ, ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ ਪ੍ਰੋਮੀਨੈਂਟ ਲੀਡਰਸ ਦੇ ਵਿੱਚੋਂ ਸਨ। But failed in 1915, their movement was crushed by the British government। ਉਹਨਾਂ ਦਾ ਵਿਦਰੋਹ 1915 ਦੇ ਵਿੱਚ ਅਸਫਲ ਹੋ ਗਿਆ। ਅੰਗਰੇਜ਼ੀ ਹਕੂਮਤ ਨੇ ਇਸ ਲਹਿਰ ਨੂੰ ਕੁਚਲ ਦਿੱਤਾ। All the members were sent to a special jail called the cellular jail। ਸਾਰੇ ਮੈਂਬਰਾਂ ਨੂੰ ਇੱਕ ਸਪੈਸ਼ਲ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਜਿਹਨੂੰ ਸੈਲੂਲਰ ਜੇਲ੍ਹ ਕਿਹਾ ਜਾਂਦਾ ਹੈ। ਸੈਲੂਲਰ ਜੇਲ੍ਹ ਬੰਗਾਲ ਦੀ ਖਾੜੀ ਦੇ ਵਿੱਚ ਅੰਡੇਮਾਨ ਆਈਲੈਂਡ ਦੇ ਵਿੱਚ ਪੋਰਟ ਬਲੇਅਰ ਦੇ ਵਿੱਚ ਬਣਾਈ ਗਈ ਹੈ। ਸੈਲੂਲਰ ਜੇਲ੍ਹ ਨੂੰ ਦ ਡੈਵਲਜ਼ ਆਈਲੈਂਡ ਵੀ ਕਿਹਾ ਜਾਂਦਾ ਹੈ ਤੇ ਕਾਲਾ ਪਾਣੀ ਜੇਲ੍ਹ ਵੀ ਕਿਹਾ ਜਾਂਦਾ ਹੈ। ਦ ਨਿਊਲੀ ਕੰਸਟਰਕਟਡ ਜੇਲ੍ਹ ਵਾਜ਼ ਓਪਨਡ ਇਨ 1906। ਇਸ ਨਵੀਂ ਬਣੀ ਜੇਲ੍ਹ ਨੂੰ 1906 ਦੇ ਵਿੱਚ ਖੋਲ੍ਹਿਆ ਗਿਆ ਸੀ। ਇਸ ਜੇਲ੍ਹ ਦੇ ਵਿੱਚ ਪਹਿਲਾ ਗਰੁੱਪ 27 ਪੋਲੀਟੀਕਲ ਪ੍ਰਿਜ਼ਨਰ ਸੀ, ਬੰਗਾਲੀ ਰੈਵੋਲੂਸ਼ਨਰੀ ਸੀ ਜਿਹੜੇ ਸਭ ਤੋਂ ਪਹਿਲਾਂ ਉਹਨਾਂ ਨੂੰ ਲਿਆਂਦਾ ਗਿਆ ਸੀ ਤੇ ਉਹਨਾਂ ਨੂੰ ਅਲੀਪੁਰ ਕਨਸਪੀਰੇਸੀ ਕੇਸ ਦੇ ਵਿੱਚ ਸਜ਼ਾ ਹੋਈ ਸੀ। ਤੇ ਫਿਰ ਦੂਸਰਾ ਗਰੁੱਪ ਜਿਹੜਾ ਆਇਆ ਉਹ ਸੀ ਨਾਸਿਕ ਕਨਸਪੀਰੇਸੀ ਕੇਸ ਦੇ ਦੋਸ਼ੀ ਸੀ ਜਿਵੇਂ ਕਿ ਵੀਡੀ ਸਾਵਰਕਰ ਤੇ ਉਹਦਾ ਬ੍ਰਦਰ ਸੀ ਗਣੇਸ਼ ਸਾਵਰਕਰ। The Ghadari Babas constituted the largest single group of political prisoners sentenced to transportation for life। ਗਦਰੀ ਬਾਬਿਆਂ ਦਾ ਇਕੱਲਿਆਂ ਦਾ ਬਹੁਤ ਵੱਡਾ ਰਾਜਨੀਤਿਕ ਕੈਦੀਆਂ ਦਾ ਗਰੁੱਪ ਸੀ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। Unlike the other groups of revolutionary prisoners, many among the Ghadar prisoners were quite old। ਦੂਸਰੇ ਰੈਵੋਲੂਸ਼ਨਰੀ ਪ੍ਰਿਜ਼ਨਰਸ ਦੇ ਉਲਟ ਇਹ ਜਿਹੜੇ ਗਦਰੀ ਪ੍ਰਿਜ਼ਨਰ ਸੀਗੇ ਕਾਫੀ ਬਜ਼ੁਰਗ ਸੀ। ਨਿਧਾਨ ਸਿੰਘ ਦੀ ਉਮਰ 60 ਸਾਲ ਸੀ, ਕੇਰ ਸਿੰਘ 62 ਸਾਲ ਦੀ ਸੀ, ਕਾਲਾ ਸਿੰਘ ਦੀ ਉਮਰ 55 ਸਾਲ, ਗੁਰਦਿੱਤ ਸਿੰਘ 50 ਸਾਲ ਤੇ ਉਹਨਾਂ ਵਿੱਚੋਂ ਕਈ ਜਿਵੇਂ ਕਿ ਬਾਬਾ ਸੋਹਣ ਸਿੰਘ ਭਕਨਾ ਵਾਂਗ 45 ਸਾਲ ਜਾਂ ਉਸ ਤੋਂ ਉੱਪਰ ਸੀ। ਦੇ ਵਰ ਦੇਅਰਫੋਰ ਐਡਰੈਸਡ ਐਜ਼ ਬਾਬਾਜ਼ ਵਿਦ ਰਿਸਪੈਕਟ। ਇਸ ਕਰਕੇ ਉਹਨਾਂ ਨੂੰ ਰਿਸਪੈਕਟ ਦੇ ਨਾਲ ਬਾਬਾਜ਼ ਕਿਹਾ ਜਾਂਦਾ ਸੀ। ਹੁਣ ਅੱਗੇ ਆਪਾਂ ਪੜ੍ਹਦੇ ਹਾਂ ਕਿ ਇਹਨਾਂ ਕਾਲ ਕੋਠੜੀਆਂ ਵਿੱਚ ਗਦਰੀ ਬਾਬਿਆਂ ਨੂੰ ਕਿਸ ਤਰ੍ਹਾਂ ਰੱਖਿਆ ਗਿਆ ਤੇ ਕਿਸ ਤਰ੍ਹਾਂ ਦਿਲ ਦਹਿਲਾ ਦੇਣ ਵਾਲਾ ਉਹਨਾਂ ਦੇ ਨਾਲ ਬਿਹੇਵੀਅਰ ਕੀਤਾ ਗਿਆ। Given the highly inclement weather, the area infested with mosquitoes and blood-sucking leeches and thoroughly bad and inadequate food, many were frequently sick with dysentery, high fever, tuberculosis and asthma। ਬਹੁਤ ਹੀ ਠੰਡਾ ਤੇ ਸਿੱਲਾ ਮੌਸਮ ਹੋਣ ਕਰਕੇ ਸਾਰੀ ਜਿਹੜੀ ਜਗ੍ਹਾ ਸੀ ਉੱਥੇ ਉਹ ਮੱਛਰਾਂ ਨਾਲ ਤੇ ਖੂਨ ਪੀਣ ਵਾਲੀਆਂ ਜੋਕਾਂ ਦੇ ਨਾਲ ਭਰੀ ਹੁੰਦੀ ਤੇ ਜਿਹੜਾ ਉਹਨਾਂ ਨੂੰ ਖਾਣਾ ਦਿੱਤਾ ਜਾਂਦਾ ਬਹੁਤ ਹੀ ਗੰਦਾ ਜਾ ਤੇ ਬਹੁਤ ਹੀ ਥੋੜੀ ਕੁਆਂਟੀਟੀ ਦੇ ਵਿੱਚ ਉਹਨਾਂ ਨੂੰ ਖਾਣਾ ਦਿੱਤਾ ਜਾਂਦਾ ਤੇ ਉਹਦੇ ਨਾਲ ਖਾਣੇ ਦੀ ਜਿਹੜੀ ਕੁਆਲਿਟੀ ਸੀ ਬਹੁਤ ਘਟੀਆ ਹੁੰਦੀ ਸੀ ਤੇ ਉਹਦੇ ਨਾਲ ਉਹਨਾਂ ਨੂੰ ਡਾਇਰੀਆ ਹੋ ਜਾਂਦਾ, ਤੇਜ਼ ਬੁਖਾਰ, ਟਿਊਬਰਕਲੋਸਿਸ ਤੇ ਜਾਂ ਫਿਰ ਐਸਥਮਾ ਦੇ ਨਾਲ ਉਹ ਬਿਮਾਰ ਹੋ ਜਾਂਦੇ। Working on the oil mill to extract a minimum of 30 pounds of coconut oil and pounding coconut husk to produce coir threads etc. constituted daily rounds of hard labor। ਉਹਨਾਂ ਦੀ ਡੇਲੀ ਰੂਟੀਨ ਕੀ ਸੀ
ਕਿ ਹਰ ਰੋਜ਼ ਉਹਨਾਂ ਤੋਂ ਕੋਲੂ 'ਤੇ ਕੰਮ ਕਰਵਾਇਆ ਜਾਂਦਾ ਸੀ ਅਤੇ ਉਹਨਾਂ ਨੇ ਘੱਟੋ ਘੱਟ 30 ਪੌਂਡ ਨਾਰੀਅਲ ਦਾ ਤੇਲ ਕੱਢਣਾ ਹੁੰਦਾ ਸੀ ਅਤੇ ਫਿਰ ਜਿਹੜਾ ਪਿੱਛੇ ਕੋਕੋਨਟ ਹਸਕ ਮਤਲਬ ਉਹਦਾ ਬੁਰਾਦਾ ਬਚ ਜਾਂਦਾ ਸੀ ਉਹਦੇ ਤੋਂ ਉਹਨਾਂ ਨੂੰ ਰੱਸੀ ਬਣਾਉਣ ਦੇ ਲਈ ਕਿਹਾ ਜਾਂਦਾ ਸੀ। If the quantity produced was less, filthy abuse, up to 30 lashes of a whip in public, loud cries and blood oozing from the skin were a part of the patently revolting experience. ਤੇ ਜੇ ਤੇਲ ਦੀ ਮਾਤਰਾ 30 ਪੌਂਡ ਤੋਂ ਘੱਟ ਕੱਢੀ ਜਾਂਦੀ ਤਾਂ ਉਹਨਾਂ ਨੂੰ ਗੰਦੀਆਂ ਗਾਲਾਂ ਕੱਢੀਆਂ ਜਾਂਦੀਆਂ ਤੇ ਸਾਰਿਆਂ ਦੇ ਸਾਹਮਣੇ 30 ਕੋੜੇ ਮਾਰੇ ਜਾਂਦੇ। ਤੇ ਜੇਕਰ ਕੋਈ ਜਰਾ ਜਿੰਨਾ ਵੀ ਵਿਰੋਧ ਕਰਦਾ ਤਾਂ ਉਸ ਨੂੰ ਇੰਨਾ ਮਾਰਿਆ ਜਾਂਦਾ ਕਿ ਉਸ ਦੀ ਚਮੜੀ ਦੇ ਵਿੱਚੋਂ ਖੂਨ ਟਪਕਣ ਲੱਗ ਜਾਂਦਾ ਤੇ ਦੂਰ ਦੂਰ ਤੱਕ ਉਸ ਦੀਆਂ ਚੀਕਾਂ ਸੁਣਾਈ ਦਿੰਦੀਆਂ। With each one of the patriotic prisoners confined to a small dingy cell, communication between the prisoners was totally disallowed. ਹਰ ਇੱਕ ਜੋ ਪੈਟਰੀਓਟਿਕ ਪ੍ਰਿਜ਼ਨਰ ਸੀ ਉਹਨੂੰ ਇੱਕ ਛੋਟੀ ਜਿਹੀ ਤੇ ਗੰਦੀ ਜਿਹੀ ਕੋਠੜੀ ਦੇ ਵਿੱਚ ਬੰਦ ਕੀਤਾ ਹੋਇਆ ਸੀ ਤੇ ਕੈਦੀਆਂ ਦੇ ਵਿਚਕਾਰ ਗੱਲਬਾਤ ਕਰਨ ਦੀ ਪੂਰੀ ਮਨਾਹੀ ਸੀ। ਬਿਲਕੁਲ ਇੱਕ ਦੂਸਰੇ ਨਾਲ ਗੱਲਬਾਤ ਨਹੀਂ ਸੀ ਕਰ ਸਕਦੇ। ਉਹ ਲੋਕ ਜੋ ਇਸ ਤਸ਼ੱਦਦ ਦਾ ਸ਼ਿਕਾਰ ਹੋਏ ਤੇ ਉਹ ਜਿਹੜੇ ਕਿ ਇਸ ਦੇ ਆਈ ਵਿਟਨੈਸ ਸੀ, ਜਿਨ੍ਹਾਂ ਨੇ ਇਸ ਨੂੰ ਅੱਖੀਂ ਦੇਖਿਆ ਸੀ, ਉਹਨਾਂ ਨੇ ਜਿਹੜੀ ਇਹ ਤਸਵੀਰ ਸਾਡੇ ਅੱਗੇ ਪੇਸ਼ ਕੀਤੀ ਹੈ ਉਹ ਸਾਡੇ ਰੌਂਗਟੇ ਖੜੇ ਕਰਨ ਵਾਲੀ ਹੈ, ਸਾਡੇ ਦਿਲ ਨੂੰ ਦਹਿਲਾ ਦੇਣ ਵਾਲੀ ਹੈ। ਇਸ ਸੈਲੂਲਰ ਜੇਲ੍ਹ ਦੇ ਵਿੱਚ ਡੇਵਿਡ ਬੈਰੀ ਜੇਲਰ ਸੀ, ਮੁਰੇ ਸੁਪਰਿਟੈਂਡੈਂਟ ਸੀ ਜੇਲ੍ਹ ਦਾ ਅਤੇ ਉੱਥੇ ਇੱਕ ਚੀਫ ਕਮਿਸ਼ਨਰ ਵੀ ਸੀ। ਅਤੇ ਉੱਥੇ ਜਦੋਂ ਵੀ ਕੋਈ ਪੋਲੀਟੀਕਲ ਪ੍ਰਿਜ਼ਨਰਸ ਦਾ ਨਵਾਂ ਗਰੁੱਪ ਆਉਂਦਾ ਤਾਂ ਉਹਨਾਂ ਨੂੰ ਡੇਵਿਡ ਬੈਰੀ ਬੜੀ ਹੀ ਸਖਤੀ ਦੇ ਨਾਲ ਉੱਥੋਂ ਦੇ ਰੂਲ ਅਤੇ ਆਰਡਰ ਮੰਨਣ ਦੇ ਲਈ ਕਹਿੰਦਾ ਅਤੇ ਕਹਿੰਦਾ ਇਫ ਯੂ ਡਿਸਓਬੇ ਮੀ ਮੇ ਗੋਡ ਹੈਲਪ ਯੂ। ਜੇ ਤੁਸੀਂ ਮੈਨੂੰ ਡਿਸਓਬੇ ਕਰੋਗੇ ਤਾਂ ਪਰਮਾਤਮਾ ਹੀ ਤੁਹਾਡੀ ਮਦਦ ਕਰ ਸਕਦਾ ਹੈ। ਐਟ ਲੀਸਟ ਆਈ ਵਿਲ ਨਾਟ, ਦੈਟ ਇਜ਼ ਸਰਟਨ। ਇਹ ਪੱਕਾ ਹੈ, ਮੈਂ ਤਾਂ ਤੁਹਾਡੀ ਕੋਈ ਮਦਦ ਨਹੀਂ ਕਰਾਂਗਾ। ਰਿਮੈਂਬਰ ਆਲਸੋ ਦੈਟ ਗੋਡ ਡਜ਼ ਨਟ ਕਮ ਵਿਦਨ 3 ਮਾਈਲਸ ਆਫ ਪੋਰਟ ਬਲੇਅਰ। ਇਸ ਗੱਲ ਨੂੰ ਵੀ ਯਾਦ ਰੱਖੋ ਕਿ ਪੋਰਟ ਬਲੇਅਰ ਦੇ 3 ਮੀਲ ਦੇ ਘੇੜੇ ਦੇ ਵਿੱਚ ਇੱਥੇ ਪਰਮਾਤਮਾ ਨਹੀਂ ਆਉਂਦਾ। ਦ ਰੈੱਡ ਟਰਬਨਸ ਯੂ ਸੀ ਦੇਅਰ ਆਰ ਵਾਰਡਰਸ। ਜਿਹੜੇ ਇੱਥੇ ਤੁਸੀਂ ਲਾਲ ਪਗੜੀ ਵਾਲੇ ਵੇਖਦੇ ਪਏ ਹੋ ਨਾ, ਉਹ ਵਾਰਡਰਸ ਹੈ। ਐਂਡ ਦੋਜ਼ ਇਨ ਬਲੈਕ ਯੂਨੀਫਾਰਮ ਆਰ ਪੈਟੀ ਆਫਿਸਰਸ। ਅਤੇ ਉਹ ਜਿਨ੍ਹਾਂ ਨੇ ਬਲੈਕ ਯੂਨੀਫਾਰਮ ਪਾਈ ਹੋਈ ਹੈ ਉਹ ਪੈਟੀ ਆਫਿਸਰਸ ਹੈ। ਯੂ ਮਸਟ ਓਬੇ ਦੈਮ। ਤੁਸੀਂ ਉਹਨਾਂ ਦਾ ਹਰ ਹਾਲਤ ਦੇ ਵਿੱਚ ਕਹਿਣਾ ਮੰਨਣਾ ਹੈ। ਅਤੇ ਬੈਰੀਨ ਘੋਸ਼ ਦੱਸਦੇ ਹੈ ਕਿ ਇਹ ਜਿਹੜੇ ਵਾਰਡਰਸ, ਪੈਟੀ ਆਫਿਸਰਸ ਅਤੇ ਜਵਾਨਦਾਰ ਸੀ, ਦੇ ਡਰਾਈਵਡ ਸੈਡਿਸਟਿਕ ਪਲੇਅਰ ਇਨ ਟਾਰਚਰਿੰਗ ਦਾ ਪੋਲੀਟੀਕਲ ਪ੍ਰਿਜ਼ਨਰਸ। ਕਿ ਇਹ ਜਿਹੜੇ ਪੋਲੀਟੀਕਲ ਪ੍ਰਿਜ਼ਨਰ ਸੀ ਉਹਨਾਂ ਨੂੰ ਤਸੀਹੇ ਦੇਣ ਦੇ ਵਿੱਚ ਇਹਨਾਂ ਨੂੰ ਬਹੁਤ ਮਜ਼ਾ ਆਉਂਦਾ ਸੀ ਅਤੇ ਇਹ ਉਹਨਾਂ ਨੂੰ ਗਾਲਾਂ ਵੀ ਕੱਢਦੇ ਸੀ, ਹਿਊਮਿਲੇਟ ਕਰਦੇ ਸੀ ਅਤੇ ਇਹਨਾਂ ਨਾਲ ਇੰਨਾ ਗੰਦਾ ਵਿਹਾਰ ਕਰਦੇ ਸੀ ਕਿ ਉਹਨਾਂ ਨੇ ਉਹਨਾਂ ਦੀ ਜ਼ਿੰਦਗੀ ਨੂੰ ਬਹੁਤ ਹੀ ਮਾਈਜ਼ਰੇਬਲ ਬਣਾ ਦਿੱਤਾ ਸੀ। ਤਾਂ ਸਾਵਰਕਰ ਨੇ ਉਹ ਕਹਾਣੀਆਂ ਜਿਹੜੀਆਂ ਸੀਗੀਆਂ ਜੇਲ੍ਹ ਦੇ ਵਿੱਚੋਂ ਚੋਰੀ ਦੇ ਨਾਲ ਬਾਹਰ ਭੇਜੀਆਂ ਅਤੇ ਇਹਨਾਂ ਕਹਾਣੀਆਂ ਨੇ ਦੇਸ਼ ਦੀਆਂ ਅਖਬਾਰਾਂ ਦੇ ਵਿੱਚ ਤੂਫਾਨ ਲਿਆ ਦਿੱਤਾ। ਇਹ ਕਹਾਣੀਆਂ ਜਿਹੜੀਆਂ ਸੀ ਇਹ ਉਹਨਾਂ ਤਸੀਹਿਆਂ ਦੇ ਨਾਲ ਸੰਬੰਧ ਰੱਖਦੀਆਂ ਸੀ, ਉਹਨਾਂ ਜ਼ੁਲਮਾਂ ਦੇ ਨਾਲ ਸੰਬੰਧ ਰੱਖਦੀਆਂ ਸੀ ਜਿਹੜੀਆਂ ਕਿ ਉੱਥੇ ਕੈਦੀਆਂ ਨੂੰ ਦਿੱਤੇ ਜਾਂਦੇ ਸੀ। On arrival there, the Gadarites learnt about the sufferings, the hard struggle of resistance. ਉੱਥੇ ਪਹੁੰਚ ਕੇ ਗਦਰੀ ਬਾਬਿਆਂ ਨੂੰ ਪੋਲੀਟੀਕਲ ਪ੍ਰਿਜ਼ਨਰਸ ਦੇ ਕਰੜੇ ਸੰਘਰਸ਼ ਅਤੇ ਉਹਨਾਂ ਦੀ ਪੀੜਾ ਦਾ ਪਤਾ ਲੱਗਿਆ। ਤਾਂ ਫਿਰ ਉਹਨਾਂ ਨੇ ਇਹ ਫੈਸਲਾ ਲਿਆ ਕਿ ਉਹ ਇਸ ਬੇਇੱਜ਼ਤੀ ਨੂੰ, ਇਹਨਾਂ ਗਾਲਾਂ ਨੂੰ ਸਹਿਣ ਨਹੀਂ ਕਰਨਗੇ ਅਤੇ ਉਹ ਇਹਦਾ ਬਦਲਾ ਲੈਣ। ਅਤੇ ਜਦੋਂ ਪਰਮਾਨੰਦ ਝਾਂਸੀ ਤੋਂ ਰਿਕੁਆਇਰਡ ਵਿੱਚ ਕੋਕੋਨਟ ਆਇਲ ਨਾ ਕੱਢਿਆ ਗਿਆ ਤਾਂ ਜੇਲਰ ਬੈਰੀ ਨੇ ਉਸ ਨੂੰ ਗਾਲਾਂ ਕੱਢੀਆਂ। ਤਾਂ ਉਹਨਾਂ ਨੇ ਫਿਰ ਵਿਰੋਧ ਦੇ ਵਿੱਚ ਪਰਮਾਨੰਦ ਝਾਂਸੀ ਨੇ ਜੇਲਰ ਨੂੰ ਮਾਰਿਆ। ਐਜ਼ ਦਾ ਜੇਲਰ ਫੈਲ ਡਾਊਨ, ਝਾਂਸੀ ਵਾਜ਼ ਮਰਸੀਲੈਸਲੀ ਬੀਟਨ ਬਾਈ ਦਾ ਵਾਰਡਰਸ। ਅਤੇ ਜਦੋਂ ਜੇਲਰ ਡਿੱਗ ਗਿਆ ਤਾਂ ਝਾਂਸੀ ਨੂੰ ਵਾਰਡਰਸ ਨੇ ਬੜੀ ਬੇਰਹਿਮੀ ਦੇ ਨਾਲ ਮਾਰਿਆ। ਡੈਮੀਗੋਡ, ਜਿਹੜਾ ਆਪਣੇ ਆਪ ਨੂੰ ਪਰਮਾਤਮਾ ਕਹਿੰਦਾ ਸੀ, ਡੈਮੀਗੋਡ ਦਾ ਡਿੱਗਣਾ ਅਤੇ ਝਾਂਸੀ ਦੇ ਉੱਤੇ ਜਿਹੜੇ ਭਿਆਨਕ ਤਸੀਹੇ ਹੋਏ ਉਹਨਾਂ ਨੇ ਜੇਲ੍ਹ ਦੀ ਇਸ ਛੋਟੀ ਜਿਹੀ ਦੁਨੀਆ ਦੇ ਵਿੱਚ ਹਲਚਲ ਪੈਦਾ ਕਰ ਦਿੱਤੀ। ਅਤੇ ਇੱਕ ਹੋਰ ਕੇਸ ਦੇ ਵਿੱਚ ਬਹੁਤ ਜ਼ਿਆਦਾ ਜ਼ੁਲਮ ਦੇ ਵਿਰੁੱਧ ਚਤਰ ਸਿੰਘ ਨੇ ਸੁਪਰਡੈਂਡੈਂਟ ਮੂਰੇ ਨੂੰ ਥੱਪੜ ਮਾਰਿਆ ਤਾਂ ਉਸ ਨੂੰ
ਇੱਕ ਪਿੰਜਰੇ ਦੇ ਵਿੱਚ ਬੰਦ ਕਰ ਦਿੱਤਾ, ਜਿਹਦੇ ਵਿੱਚ ਚੇਨ ਲੱਗੀ ਹੋਈ ਸੀ ਤੇ ਰੋਡ ਲੱਗੇ ਹੋਏ ਸੀ। ਭਾਨ ਸਿੰਘ ਨੂੰ ਵੀ ਇੰਨੀ ਸਖਤੀ ਦੇ ਨਾਲ ਕੁੱਟਿਆ ਗਿਆ ਕਿ ਹਸਪਤਾਲ ਦੇ ਵਿੱਚ ਉਸ ਦੀ ਮੌਤ ਹੋ ਗਈ। ਬਹੁਤ ਜ਼ਿਆਦਾ ਜ਼ੁਲਮ ਭਰੀ ਸਜ਼ਾ ਦੇ ਨਾਲ ਰਾਮ ਰੱਖੇ ਦੀ ਵੀ 2 ਮਹੀਨਿਆਂ ਦੇ ਵਿੱਚ ਹੀ ਡੈਥ ਹੋ ਗਈ ਤੇ ਕੁੱਲ 8 ਜਿਹੜੇ ਗਦਰੀ ਸੀਗੇ ਉਹ ਸੈਲੂਲਰ ਜੇਲ੍ਹ ਦੇ ਵਿੱਚ ਆਪਣੀ ਜਾਨ ਗਵਾ ਬੈਠੇ। ਪਰ ਫਿਰ ਵੀ ਉਹਨਾਂ ਨੇ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਦੇ ਵਿੱਚ ਆਪਣੀ ਭੁੱਖ ਹੜਤਾਲ ਤੇ ਕੰਮ ਤੋਂ ਸਟ੍ਰਾਈਕ ਜਾਰੀ ਰੱਖੀ। ਇਹ 25 ਪੋਲੀਟੀਕਲ ਪ੍ਰਿਜ਼ਨਰ ਸੀ ਜਿਨ੍ਹਾਂ ਨੇ ਆਪਣੇ ਤੇ ਆਪਣੇ ਸਾਥੀਆਂ ਦੇ ਹੱਕ ਦੇ ਲਈ ਇਸ ਸਟ੍ਰਾਈਕ ਨੂੰ ਜਾਰੀ ਰੱਖਿਆ। ਤੇ ਇਹ ਜਿਹੜੀ ਭੁੱਖ ਹੜਤਾਲ ਸੀ ਇੰਨੀ ਲੰਬੇ ਸਮੇਂ ਤੱਕ ਚੱਲੀ ਕਿ ਜਿਹੜੇ ਜੋਤਿਸ਼ ਚੰਦਰ ਸੀਗੇ ਉਹਨਾਂ ਨੂੰ ਇਸ ਭੁੱਖ ਦੀ ਵਜ੍ਹਾ ਦੇ ਨਾਲ ਉਹ ਇਨਸੇਨ ਹੋ ਗਏ, ਪਾਗਲ ਹੋਣ ਦੀ ਅਵਸਥਾ ਦੇ ਵਿੱਚ ਚਲੇ ਗਏ ਤੇ ਉਹਨਾਂ ਨੂੰ ਫਿਰ ਪਾਗਲਾਂ ਵਾਲੇ ਹਸਪੀਟਲ ਦੇ ਵਿੱਚ ਲੈ ਜਾਇਆ ਗਿਆ। It is said that never in the history of Andamans had a strike on such a large scale been organized or lasted for such a long time. ਕਿਹਾ ਜਾਂਦਾ ਹੈ ਕਿ ਅੰਡੇਮਾਨ ਦੇ ਇਤਿਹਾਸ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਇੰਨੇ ਲੰਮੇ ਸਮੇਂ ਦੇ ਲਈ ਕਦੇ ਕੋਈ ਵੀ ਇਹ ਭੁੱਖ ਹੜਤਾਲ ਨਹੀਂ ਸੀ ਹੋਈ। It was a measure of such resistance that the jail authorities were forced to discontinue some of the practices of bad treatment of political prisoners. ਇਹ ਜਿਹੜਾ ਵਿਰੋਧ ਸੀਗਾ ਉਹ ਇੰਨਾ ਜ਼ਿਆਦਾ ਸੀ ਕਿ ਜਿਹੜੀਆਂ ਜੇਲ੍ਹ ਅਥਾਰਟੀਜ਼ ਸੀ ਉਹ ਪੋਲੀਟੀਕਲ ਪ੍ਰਿਜ਼ਨਰਸ ਦੇ ਪ੍ਰਤੀ ਜਿਹੜਾ ਬੈਡ ਟਰੀਟਮੈਂਟ ਸੀ ਉਸ ਦੀਆਂ ਕੁਝ ਕੁ ਗੱਲਾਂ ਨੂੰ ਛੱਡਣ ਦੇ ਲਈ ਮਜਬੂਰ ਹੋ ਗਏ। ਉਹਨਾਂ ਦੇ ਪੱਕੇ ਇਰਾਦੇ ਵਾਲੇ ਸਾਂਝੇ ਵਿਰੋਧ ਨੇ ਇਸ ਸੰਘਰਸ਼ ਦੀਆਂ ਅਮਰ ਕਹਾਣੀਆਂ ਨੂੰ ਜਨਮ ਦਿੱਤਾ। ਉੱਥੇ ਉਹ ਵੰਦੇ ਮਾਤਰਮ ਦੇ ਗੀਤ ਗਾਉਂਦੇ, ਭਗਤੀ ਦੇ ਗੀਤ ਗਾਉਂਦੇ, ਗੁਰਬਾਣੀ ਦਾ ਉਚਾਰਨ ਕਰਦੇ ਤੇ ਸਖਤ ਸਰੀਰਕ ਕਸ਼ਟ ਨੂੰ ਝੱਲਦੇ ਹੋਏ ਇੱਕ ਨਵੇਂ ਕਲਚਰ ਦਾ ਨਿਰਮਾਣ ਕਰ ਰਹੇ। ਇਸ ਤਰ੍ਹਾਂ ਉਹ ਆਪਣੀ ਆਤਮਾ ਦੇ ਬਲ ਦੇ ਨਾਲ ਇਹਨਾਂ ਜ਼ੁਲਮਾਂ ਨੂੰ ਉਦੋਂ ਤੱਕ ਸਹਿੰਦੇ ਰਹੇ ਜਦੋਂ ਤੱਕ 1921 ਵਿੱਚ ਉਹਨਾਂ ਨੂੰ ਜਾਂ ਤਾਂ ਰਿਹਾ ਨਹੀਂ ਕਰ ਦਿੱਤਾ ਗਿਆ ਤੇ ਜਾਂ ਫਿਰ ਉਹਨਾਂ ਨੂੰ ਮੇਨ ਲੈਂਡ ਦੀਆਂ ਜੇਲ੍ਹਾਂ ਦੇ ਵਿੱਚ ਟਰਾਂਸਫਰ ਨਹੀਂ ਕਰ ਦਿੱਤਾ ਗਿਆ। ਇਹ ਜਿਹੜੇ ਲਿਵਿੰਗ ਮਾਰਟਰਸ ਸੀ, ਜਿਉਂਦੇ ਸ਼ਹੀਦ ਸੀ ਜਿਹੜੇ, ਉਹਨਾਂ ਦੀਆਂ ਸਫਰਿੰਗਸ ਤੇ ਉਹਨਾਂ ਦਾ ਜ਼ਬਰਦਸਤ ਜਿਹੜਾ ਵਿਰੋਧ ਸੀਗਾ, ਬਰਦਾਸ਼ਤ ਕਰਨ ਦੀ ਜਿਹੜੀ ਉਹਨਾਂ ਦੀ ਸ਼ਕਤੀ ਸੀ, ਉਹਨਾਂ ਸ਼ਹੀਦਾਂ ਤੋਂ ਵੀ ਜ਼ਿਆਦਾ ਸੀ ਜਿਨ੍ਹਾਂ ਨੂੰ ਫਾਂਸੀ ਦੇ ਦਿੱਤੀ ਜਾਂਦੀ ਸੀ। ਮਹਾਨ ਕ੍ਰਾਂਤੀਕਾਰੀ ਸੋਹਣ ਸਿੰਘ ਭਕਨਾ ਜੀ ਦੱਸਦੇ ਹੈ ਕਿ ਜੇਲ੍ਹ ਦੇ ਵਿੱਚ ਰੈਵੋਲੂਸ਼ਨਰੀਜ਼ ਜਿਹੜੇ ਗੀਤ ਗਾਇਆ ਕਰਦੇ ਸੀ ਉਹਨਾਂ ਦਾ ਮੇਨ ਏਮ ਕੀ ਸੀ? ਦੈਟ ਵਾਜ਼ ਸਮਥਿੰਗ ਲਾਈਕ ਦਿਸ। ਉਹ ਇਸ ਤਰ੍ਹਾਂ ਦਾ ਹੁੰਦਾ ਸੀ, ਹੇ ਮਾਤਰ ਭੂਮੀ, ਦਿਸ ਇਜ਼ ਟਰੂ ਦੈਟ ਵੀ ਕੁਡ ਨਾਟ ਲਿਬਰੇਟ ਯੂ। ਹੇ ਮਾਂ ਮਾਤਰ ਭੂਮੀ, ਇਹ ਬਿਲਕੁਲ ਸੱਚ ਹੈ ਕਿ ਅਸੀਂ ਤੈਨੂੰ ਆਜ਼ਾਦ ਨਹੀਂ ਕਰਵਾ ਸਕੇ, ਬਟ ਸੋ ਲੌਂਗ ਐਜ਼ ਈਵਨ ਵਨ ਆਫ ਆਵਰ ਕਾਮਰੇਡਸ ਇਜ਼ ਅਲਾਈਵ। ਪਰ ਜਦੋਂ ਤੱਕ ਸਾਡਾ ਇੱਕ ਵੀ ਸਾਥੀ ਜਿੰਦਾ ਹੈ, ਹੀ ਵਿਲ ਸੈਕਰੀਫਾਈਸ ਐਵਰੀਥਿੰਗ ਟੂ ਰਿਮੂਵ ਯੂਅਰ ਚੇਨਸ। ਉਹ ਤੇਰੀਆਂ ਇਹਨਾਂ ਜੰਜੀਰਾਂ ਨੂੰ, ਇਸ ਗੁਲਾਮੀ ਦੀਆਂ ਜੰਜੀਰਾਂ ਨੂੰ ਦੂਰ ਕਰਨ ਦੇ ਲਈ ਆਪਣਾ ਸਭ ਕੁਝ ਤਿਆਗ ਦੇਗਾ, ਕੁਰਬਾਨ ਕਰ ਦੇਗਾ। ਸੋ ਡੀਅਰ ਸਟੂਡੈਂਟਸ, ਇਹ ਚੈਪਟਰ ਸਾਨੂੰ ਉਹਨਾਂ ਜ਼ੁਲਮਾਂ ਦੀ ਕਹਾਣੀ ਦੱਸਦਾ ਹੈ ਜੋ ਸਾਡੇ ਮਹਾਨ ਕ੍ਰਾਂਤੀਕਾਰੀਆਂ ਨੇ ਕਾਲਾ ਪਾਣੀ ਜੇਲ੍ਹ ਦੇ ਵਿੱਚ ਉੱਥੇ ਝੱਲੇ ਤੇ ਸਾਡੇ ਦੇਸ਼ ਨੂੰ ਆਜ਼ਾਦੀ ਦਿਵਾਈ।